ਅੰਮ੍ਰਿਤਸਰ ਸ਼ਹਿਰ ਸਿਫਤੀ ਦਾ ਘਰ। ਇਹ ਕਹਾਵਤ ਅੰਮ੍ਰਿਤਸਰ ਦੀ ਫਿੱਕੀ ਜਿਹੀ ਜਾਪਦੀ ਹੈ ਤੇ ਉਸ ਦਾ ਮੁੱਖ ਕਾਰਨ ਹੈ ਵੱਧਦੀ ਆਬਾਦੀ। ਅੰਮ੍ਰਿਤਸਰ ਨੂੰ ਟੂਰਿਜ਼ਮ ਦਾ ਹੱਬ ਕਿਹਾ ਜਾਂਦਾ ਹੈ। ਇੱਥੇ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਹਨ, ਜਿੱਥੇ ਅੰਮ੍ਰਿਤਸਰ ਦੇ ਵਿੱਚ ਧਾਰਮਿਕ, ਇਤਿਹਾਸਿਕ, ਸੱਭਿਆਚਾਰਕ ਤੇ ਦੇਸ਼ ਦੇ ਪ੍ਰਤੀ ਜਜ਼ਬਾ ਪੈਦਾ ਹੁੰਦਾ ਹੈ ਤੇ ਸੈਲਾਨੀ ਬੜੀ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਸਮੇਤ ਆ ਕੇ ਇੱਥੇ ਆਪਣੇ ਆਪ ਨੂੰ ਵਡਭਾਗਾ ਮੰਨਦੇ ਹਨ। ਅੰਮ੍ਰਿਤਸਰ ਦੇ ਵਿੱਚ ਆਸ-ਪਾਸ ਕੁਝ ਅਜਿਹੀਆਂ ਥਾਵਾਂ ਹਨ ਜੋ ਵੇਖਣਯੋਗ ਹਨ, ਜਿਨ੍ਹਾਂ ਵਿੱਚ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਵਾਲਮੀਕੀ ਤੀਰਥ ਤੇ ਅਟਾਰੀ ਸਰਹੱਦ ਮੁੱਖ ਖਿੱਚ ਦਾ ਕੇਂਦਰ ਹਨ, ਜਿਸ ਕਰਕੇ ਸੈਲਾਨੀ ਇੱਥੇ ਮੁੜ-ਮੁੜ ਆਉਣ ਦੀ ਚਰਚਾ ਵੀ ਕਰਦੇ ਹਨ। ਜਿਸ ਕਰਕੇ ਅੰਮ੍ਰਿਤਸਰ ਸ਼ਹਿਰ ਨੇ ਆਪਣਾ ਸਥਾਨ ਚੰਗੇ ਸ਼ਹਿਰਾਂ ਦੀ ਲਿਸਟ ਵਿੱਚ ਸ਼ਾਮਲ ਕਰ ਲਿਆ ਹੈ। ਅੰਮ੍ਰਿਤਸਰ ਦਾ ਤਾਜ਼ਾ ਸਰਵੇਖਣ ਇਸ ਵਾਰ ਕੁਝ ਚੰਗਾ ਨਹੀਂ ਆਇਆ, ਜਿਸ ਕਰਕੇ ਲੋਕਾਂ ਨੂੰ ਨਿਰਾਸ਼ਾ ਵੀ ਹੋਈ ਹੈ। ਅੰਮ੍ਰਿਤਸਰ ਸ਼ਹਿਰ ਦੇ ਉਹਨਾਂ 10 ਸ਼ਹਿਰਾਂ ਦੀ ਲਿਸਟ ਵਿੱਚ ਆਇਆ ਹੈ, ਜਿਸ ਨੂੰ ਗੰਦਗੀ ਦੀ ਲਿਸਟ ਵਿੱਚ ਲਿਆਂਦਾ ਗਿਆ ਹੈ, ਜੋ ਬੜੀ ਵਿਚਾਰਨ ਵਾਲੀ ਗੱਲ ਹੈ, ਜਿਸ ਦਾ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ NGO ਨੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਪੈਟਰਨ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ਸਾਡਾ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਹੈ ਤੇ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ, ਪਰ ਇਹ ਬੜੀ ਮੰਦਭਾਗੀ ਗੱਲ ਆ ਸਾਡੇ ਅੰਮ੍ਰਿਤਸਰ ਵਾਸੀਆਂ ਵਾਸਤੇ ਕਿ ਇਹ ਜਿਹੜੇ ਹਿੰਦੁਸਤਾਨ ਦੇ ਸਭ ਤੋਂ ਵੱਧ ਗੰਦੇ ਸ਼ਹਿਰ ਆ, ਉਹ ਪਹਿਲੇ 10 ਦੀ ਗਿਣਤੀ ਦੇ ਵਿੱਚ ਇਹਨਾਂ ਨੇ ਆਪਣਾ 9ਵਾਂ ਸਥਾਨ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਮਿਲਿਆ। ਤੇ ਮੈਂ ਸਮਝਦਾ ਵੀ ਇਹ ਜਿਹੜੀ ਸਾਡੀ ਜਿਹੜਾ ਪ੍ਰਸ਼ਾਸਨਿਕ ਪੱਧਰ ਆ ਇੱਥੇ, ਜਿਹਦੇ ਵਿੱਚ ਮੇਅਰ ਸਾਹਿਬ ਆਉਂਦੇ ਆ ਕਾਰਪੋਰੇਸ਼ਨ ਦੇ, ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਆਉਂਦੇ, DC ਸਾਹਿਬ ਸਾਡੇ, ਔਰ ਸਾਰਾ ਹੀ ਪੋਲੀਟੀਕਲ ਸੈਟਅਪ, ਜਿਹੜੇ ਸਾਡੇ MLA ਸਾਹਿਬਾਨ ਆ, ਕਾਉਂਸਲਰ, ਮੈਂ ਕਾਉਂਸਲਰ ਸਾਹਿਬਾਨ ਨੂੰ ਗਿਣਦਾ ਵੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਆਪੋ ਆਪਣੀ ਵਾਰਡ ਦੇ ਵਿੱਚ ਇਹਨਾਂ ਨੂੰ ਕੇਅਰ ਟੇਕ ਕਰਨਾ ਚਾਹੀਦਾ। ਇਹ ਜਿਹੜੀ ਸਾਡਾ ਗੰਦਾ ਸ਼ਹਿਰ 9ਵੇਂ ਨੰਬਰ 'ਤੇ ਆਉਣ ਦਾ ਕਾਰਨ ਮੈਂ ਸਮਝਦਾ ਵੀ ਤੁਸੀਂ ਯੂਰੀਨਲਸ ਆ, ਜਿਹੜੇ ਪਬਲਿਕ ਯੂਟਿਲਿਟੀਜ਼ ਆ, ਪਬਲਿਕ ਯੂਰੀਨਲਸ ਆ, ਤੁਸੀਂ ਦੇਖੋ ਬੱਸ ਸਟੈਂਡ ਦੇ ਵੇਖੋ ਕੋਲ ਜਾ ਕੇ ਗੰਦ ਹੈ। ਜਿਹੜਾ ਰਾਮ ਬਾਗ ਆ ਉੱਥੇ ਵੀ ਗੰਦ ਹੈ, ਬੂਹੇ ਬੰਦ ਹੈ, ਲੋਕ ਬਾਹਰ ਹੀ ਪਿਸ਼ਾਬ ਕਰਕੇ ਤੁਰੇ ਜਾਂਦੇ ਆ। ਤੇ ਸਾਡੇ ਸ਼ਹਿਰ ਦੇ ਵਿੱਚ ਤੇ ਜਿਹੜੇ ਸੈਕੰਡਰੀ ਡੰਪਸ ਆ ਉਹਨਾਂ ਦੀ ਤਾਦਾਦ ਹੀ ਬਹੁਤ ਹੈ ਅੰਮ੍ਰਿਤਸਰ ਦੇ ਵਿੱਚ। ਇਹ ਤੇ ਜਿਹੜਾ ਮੇਨ ਡੰਪ ਹੁੰਦਾ ਉਹਦੇ ਉੱਤੇ ਦੇਖੋ ਠੇਕਾ ਦਿੱਤਾ ਹੈ, ਠੇਕੇ ਦੇ ਪੈਸੇ ਕੰਪਨੀ ਪੂਰੇ ਲੈ ਰਹੀ ਹੈ, ਉਹ ਸਿਰਫ ਲਿਫਟਿੰਗ ਜਿਹੜੀ ਆ ਹੋ ਰਹੀ ਆ, ਤੇ ਉਹ ਜਿਹੜੀ ਉਹਦੀ ਉੱਥੇ ਜਾ ਕੇ ਜਿਹੜੀ ਪ੍ਰੋਸੈਸਿੰਗ ਆ ਉਹ ਹਾਲੇ ਤੱਕ ਸ਼ੁਰੂ ਹੀ ਨਹੀਂ ਹੋਈ। ਕਿੱਡੀ ਵੱਡੀ ਨਲਾਇਕੀ ਆ। ਮੈਂ ਅੰਮ੍ਰਿਤਸਰ ਵਿਕਾਸ ਮੰਚ ਜਿਹੜੀ ਸਾਡੀ NGO ਆ, ਉਹਦੇ ਉੱਤੇ ਅਸੀਂ ਬਾਹਰ ਟਾਈਮ ਐਂਡ ਅਗੇਨ ਇਹਨਾਂ ਨੂੰ ਮਿਲਦੇ, ਬਾਕੀ NGOs ਵੀ ਮਿਲਦੀਆਂ। ਦੀਪਕ ਬੱਬਰ ਹੈ, ਉਹ ਮਿਸ਼ਨ ਕਾਜ ਵਾਲੇ, ਉਹ ਰੌਲਾ ਪਾਉਂਦੇ ਰਹਿੰਦੇ, ਅਸੀਂ ਇਕੱਠੇ ਰਲ ਮਿਲ ਕੇ ਸਾਰੀਆਂ ਬਾਕੀ NGOs ਵੀ ਸਾਡੇ ਨਾਲ ਹੁੰਦੀਆਂ ਕਈ ਵਾਰ। ਤੇ ਇਹ ਇੱਕ ਐਡਵਾਈਜ਼ਰੀ ਕਮੇਟੀ ਬਣਦੀ ਆ ਇੱਥੇ, ਮਿਊਨਿਸਪਲ ਜਿਹੜੀ ਆ ਸਾਡੀ ਕਮੇਟੀ ਉਹਦੇ ਲੈਵਲ 'ਤੇ ਬਣਨੀ ਹੁੰਦੀ। ਉਹਦੇ ਵਿੱਚ ਇਹਨਾਂ ਨੇ NGOs ਦੇ ਕੁਝ ਮੈਂਬਰ ਲੈਣੇ ਹੁੰਦੇ ਆ, ਔਰ ਉਹਦੀ ਰੈਗੂਲਰ ਜਿਹੜੀ ਮੀਟਿੰਗ ਆਫਟਰ 3 ਮੰਥਸ ਹੋਣੀ ਹੁੰਦੀ ਆ। ਇਹ ਸਾਡੇ ਅਸੀਂ ਬੜੀ ਵਾਰੀ ਮੇਅਰ ਸਾਹਿਬ ਪਹਿਲੇ ਹੁੰਦੇ ਸੀ, ਉਹਨਾਂ ਨੂੰ ਵੀ ਮਿਲੇ, ਇਹਨਾਂ ਨੂੰ ਵੀ ਮਿਲੇ, ਕਮਿਸ਼ਨਰ ਸਾਹਿਬ ਨੂੰ ਕਈ ਵਾਰੀ ਮਿਲੇ ਵੀ ਉਸ ਕਮੇਟੀ ਦੀਆਂ ਮੀਟਿੰਗਾਂ ਹੋਣ, ਸਾਡੇ NGOs ਦਾ ਸਾਥ ਲਓ, ਸਹਿਯੋਗ ਲਓ। ਮੈਂ ਬੇਨਤੀ ਕਰੂੰਗਾ ਮੇਅਰ ਸਾਹਿਬ ਨੂੰ ਵੀ ਮੇਅਰ ਸਾਹਿਬ ਤੁਸੀਂ ਕਾਉਂਸਲਰ ਸਾਹਿਬਾਨ ਅਲੋਂਗ ਵਿਦ NGOs ਮੀਟਿੰਗ ਲਿਆ ਕਰੋ ਦੂਜੇ ਤੀਜੇ ਮਹੀਨੇ, ਤਾਂ ਕਿ ਤੁਹਾਨੂੰ ਜਿਹੜਾ ਆ NGOs ਦੱਸਣ, ਕਾਉਂਸਲਰ ਨੂੰ ਜਿਹੜਾ ਸੁਚੇਤ ਕਰਨ। ਕਾਉਂਸਲਰ ਜੇ ਜਾਗਰੂਕ ਹੋਣਗੇ ਤਾਂ ਮੈਂ ਸਮਝਦਾ ਵੀ ਬੜਾ ਪ੍ਰੋਪਰ ਜਿਹੜਾ ਇਹ ਚੀਜ਼ ਹੋ ਸਕਦੀ ਹੈ। ਬਿਨਾਂ ਪੈਸੇ ਤੋਂ ਇਲੈਕਟ੍ਰੀਫਿਕੇਸ਼ਨ ਦਾ ਧਿਆਨ ਰੱਖਿਆ ਜਾਵੇ, ਸੀਵਰੇਜ ਦਾ ਧਿਆਨ ਰੱਖਿਆ ਜਾਵੇ, ਲਿਫਟਿੰਗ ਜਿਹੜੀ ਆ ਉਹ ਪ੍ਰੋਪਰ ਕੀਤੀ ਜਾਵੇ, ਤੇ ਡੰਪ ਦੇ ਉੱਤੇ ਜਾ ਕੇ ਜਿਹੜੀ ਉਹਦੀ ਆ ਪ੍ਰੋਸੈਸਿੰਗ ਸ਼ੁਰੂ ਕਰਾਉਣੀ ਬਹੁਤ ਵੱਡਾ ਕੰਮ ਆ। ਮੈਂ ਕਮਿਸ਼ਨਰ ਜਿਹੜੇ ਸਾਡੀ ਬੜੇ ਮੈਡਮ ਜਿਹੜੇ ਆ, ਬੜੇ ਉਹ ਸਾਰਥਕ ਨਤੀਜੇ ਦੇਣ ਵਾਲੀ ਉਹ ਲੇਡੀ ਹੈ, ਮੈਂ ਉਹਨਾਂ ਨੂੰ ਸਪੈਸ਼ਲ ਬੇਨਤੀ ਕਰੂੰਗਾ। ਸਾਡਾ ਇਹ ਸ਼ਹਿਰ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ, ਸਿਫਤੀ ਦਾ ਘਰ ਹੈ, ਤੇ ਉਹਨੂੰ ਖੂਬਸੂਰਤ ਬਣਾਉਣ ਦਾ ਸਾਨੂੰ ਹਰ ਇੱਕ ਨੂੰ, ਖਾਸ ਕਰਕੇ ਜਿਹੜੇ ਸਾਡੇ ਸ਼ਹਿਰ ਦੇ ਬਸ਼ਿੰਦੇ ਆ, ਇਹ ਵੀ ਗੰਦ ਪਾਉਣ ਦੇ ਵਿੱਚ ਸਹਾਈ ਹੁੰਦੇ ਆ। ਇਹਨਾਂ ਨੂੰ ਜਿਹੜਾ ਵਾ ਇਹਦਾ ਧਿਆਨ ਰੱਖਣਾ ਚਾਹੀਦਾ ਤੇ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਉਪਰਾਲੇ ਕਰਨੇ ਚਾਹੀਦੇ ਆ। ਮਾਨਵ ਅਧਿਕਾਰ ਸੰਘਰਸ਼ ਕਮੇਟੀ ਭਾਰਤ ਦੇ ਪੰਜਾਬ ਪ੍ਰਧਾਨ ਰਾਜਕੁਮਾਰ ਖੋਸਲਾ ਨੇ ਕਿਹਾ, ਤੇ ਮੈਂ ਜੀ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਾਂਗਾ ਵੀ ਪ੍ਰਸ਼ਾਸਨ ਇੱਧਰ ਧਿਆਨ ਦੇਵੇ ਅੰਮ੍ਰਿਤਸਰ ਵੱਲ, ਵੀ ਜਿਹੜੇ ਲੋਕ ਇੱਥੇ ਆਉਂਦੇ ਨੇ ਸੈਲਾਨੀ ਆਪਣੇ ਸ਼ਹਿਰ ਦੇ ਵਿੱਚ ਆਉਂਦੇ, ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਘਲਾਉਣ ਲਈ, ਇਹਨਾਂ ਦੇ ਵਿੱਚ ਸਫਾਈ ਦਾ ਕੋਈ ਧਿਆਨ ਨਹੀਂ ਕਰਨਾ ਦਾ। ਤੇ ਜਿੱਥੇ ਕਿ ਹਰਿਮੰਦਰ ਸਾਹਿਬ ਦੇ ਵਿੱਚ ਵਰਲਡ 'ਚ ਫੇਮਸ ਜਿਹੜਾ ਲੋਕ ਇੱਥੇ ਮੱਥਾ ਟੇਕਣ ਆਉਂਦੇ ਨੇ, ਸ਼੍ਰੀ ਦੁਰਗਿਆਣਾ ਤੀਰਥ ਹੈ, ਰਾਮ ਤੀਰਥ ਆਸ਼ਰਮ ਹੈ, ਤੇ ਇੱਥੇ ਲੋਕ ਜਦੋਂ ਆਉਂਦੇ ਪਹਿਲਾਂ ਵੇਖਦੇ ਵੀ ਸ਼ਹਿਰ ਅੰਮ੍ਰਿਤਸਰ, ਪਰ ਸਫਾਈ ਦਾ ਕੋਈ ਖਿਆਲ ਨਹੀਂ ਗਾ। ਤੇ ਮੈਂ ਪ੍ਰਸ਼ਾਸਨ ਨੂੰ ਫਿਰ ਇਹ ਕਹਾਂਗਾ ਵੀ ਇੱਥੇ ਪੌਦਾ ਕਰਨਾ ਜਾਏ, ਸਫਾਈ ਦਾ ਖਿਆਲ ਤੇ ਹੋਰ ਦੇਖਭਾਲ ਕੀਤੀ ਜਾਵੇ। ਤਿੱਥਿਆ NGO ਦੀ ਸੰਸਥਾਪਕ ਮੌਂਟੀ ਅਰੋੜਾ ਨੇ ਦੱਸਿਆ,
ਅੰਮ੍ਰਿਤਸਰ ਇਜ਼ ਬੇਸਿਕਲੀ ਅ ਮੈਗਨੀਫੀਸੈਂਟ ਬਲੈਂਡ ਆਫ ਹੈਰੀਟੇਜ ਐਂਡ ਕਲਚਰ। ਸਾਡੇ ਇੱਥੇ ਵਿਰਾਸਤ ਦੇ ਵਿੱਚ ਜੋ ਸਾਨੂੰ ਪਾਸਟ ਦੇ ਵਿੱਚ ਮਿਲਿਆ ਉਹੀ ਸਾਡਾ ਪ੍ਰੈਜ਼ੈਂਟ ਹੈ, ਉਸ ਨੂੰ ਮੇਨਟੇਨ ਕਰਕੇ ਰੱਖਣਾ ਸਾਡੀ ਔਰ ਪ੍ਰਸ਼ਾਸਨ ਦੀ ਹਰ ਇੱਕ ਦੀ ਜ਼ਿੰਮੇਵਾਰੀ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਹੱਥ ਅੱਗੇ ਹੋ ਕੇ ਵਧਾਉਣੇ ਚਾਹੀਦੇ ਹੈ ਕਿ ਜਿੱਥੇ ਵੀ ਸਾਡੀ ਜ਼ਰੂਰਤ ਪ੍ਰਸ਼ਾਸਨ ਨੂੰ ਚਾਹੀਦੀ ਹੈ, ਅਸੀਂ ਸਾਰੀਆਂ NGOs ਅਗਰ ਸਾਨੂੰ ਕਿਹਾ ਜਾਏ ਤਾਂ ਅਸੀਂ ਨਾਲ ਖੜੀਆਂ ਹੋਵਾਂਗੀਆਂ। ਲੇਕਿਨ ਇਸ ਚੀਜ਼ ਦੀ ਮੇਨਟੇਨੈਂਸ ਬਹੁਤ ਜ਼ਰੂਰੀ ਹੈ, ਕਿਉਂਕਿ ਕੋਈ ਵੀ ਅਗਰ ਅੰਮ੍ਰਿਤਸਰ ਦੇ ਵਿੱਚ ਐਂਟਰ ਕਰੇ ਤਾਂ ਉਸ ਨੂੰ ਪਤਾ ਲੱਗੇ ਕਿ ਹਾਂ ਵਾਕਈ ਹੀ ਮੈਂ ਗੁਰੂ ਦੀ ਨਗਰੀ 'ਚ ਆਇਆ। ਰੀਜ਼ਨ ਬੀਇੰਗ ਕਿ ਆਲਮੋਸਟ ਐਵਰੀ ਡੇ 1,20,000 ਟੂਰਿਸਟ ਸਾਡੇ ਸ਼ਹਿਰ ਦੇ ਵਿੱਚ ਨਤਮਸਤਕ ਹੋਣ ਲਈ ਆਉਂਦੇ ਨੇ, ਦਰਬਾਰ ਸਾਹਿਬ ਲਈ ਆਉਂਦੇ ਨੇ, ਤੀਰਥ ਸਥਾਨ ਦੁਰਗਿਆਨਾ ਮੰਦਿਰ ਵਾਸਤੇ ਆਉਂਦੇ ਨੇ। ਆਲਮੋਸਟ 5 ਕਰੋੜ ਪੀਪਲ ਟੂਰਿਸਟ ਦੇ ਵਿਜ਼ਿਟ ਅੰਮ੍ਰਿਤਸਰ। ਔਰ ਮੈਂ ਨਹੀਂ ਚਾਹੁੰਦੀ ਕਿ ਸਾਡੇ ਸ਼ਹਿਰ ਦੀ ਨੁਹਾਰ ਜਿਹੜੀ ਪਹਿਲੇ ਵੀ ਬਣੀ ਹੋਈ ਸੀ ਅੱਜ ਵੀ ਉਹ ਬਣੀ ਰਹੇ। ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਟੂਰਿਸਟ ਆ ਕੇ ਕਹੇ ਕਿ ਹਾਂ ਜੀ ਇਹ ਗੰਦਾ ਸ਼ਹਿਰ ਹੈ। ਉਹਦੇ ਵਾਸਤੇ ਪ੍ਰਸ਼ਾਸਨ ਨੂੰ ਕੁਛ ਇੱਕ ਜ਼ਿੰਮੇਵਾਰੀਆਂ ਲੈਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਸਾਡੇ ਸ਼ਹਿਰ ਦੀ ਖੂਬਸੂਰਤੀ ਮੇਨਟੇਨ ਹੋ ਸਕੇ। ਅੰਮ੍ਰਿਤਸਰ ਕਾਰਪੋਰੇਸ਼ਨ ਦੀ ਕਮਿਸ਼ਨਰ ਨੇ ਵੀ ਇਸ ਵਿਸ਼ੇ ਤੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਕਿਹਾ, देखिए, ये स्वच्छ सर्वेक्षण एक सर्वे होता है जो मिनिस्ट्री ऑफ हाउसिंग एंड अर्बन अफेयर्स गवर्नमेंट ऑफ इंडिया की तरफ से हर साल कराया जाता है। इसमें हर साल सभी शहर पार्टिसिपेट करते हैं। शुरू में जब ये स्टार्ट हुआ था कोई 2015 में, उस टाइम शहरों की गिनती कम थी। धीरे धीरे करके शहरों की गिनती बढ़ती गई। पिछले साल जो मिनिस्ट्री ऑफ हाउसिंग एंड अर्बन अफेयर्स की तरफ से सर्वे करा गया, उसमें इन्होंने कैटेगरीज बना दी हैं सर्वे की। पहली कैटेगरी थी मिलियन प्लस पॉपुलेशन सिटीज़, यानी कि वो शहर जिनकी जनसंख्या 10 लाख से ज़्यादा है। दूसरी कैटेगरी 1 लाख प्लस सिटीज़ और तीसरी कैटेगरी लेस देन 1 लाख। उन कैटेगरीज में रैंकिंग निकाली गई है। तो जो अमृतसर है वो मिलियन प्लस सिटी में आता है, जिसमें कुल 47 शहर हैं। उस 47 में से अमृतसर की जो गिनती है वो 39 थी। तो मैं नगर निगम कमिश्नर होने के नाते ये बात बिल्कुल एक्सेप्ट कर रही हूँ कि अमृतसर में जो साफ़ सफाई है वो पिछले साल ठीक हालात में नहीं थी। पर ये कहना भी गलत होगा कि अमृतसर सारे भारत के 10 सबसे गंदे शहरों में से है। नहीं, ये एक छोटा सेट है जिसमें से वो बॉटम 10 की रैंकिंग पर है। जो अगर हम टोटल सभी शहर देखेंगे वो सभी शहरों की गिनती बहुत ज़्यादा है, उसमें अमृतसर नीचे से 10वें पायदान पर नहीं आता। उसमें अमृतसर की रैंकिंग बहुत अच्छी है, जो कि इससे पहले सालों तक आती जा रही थी। इस साल की रैंकिंग क्योंकि सबसेट ही अलग हो गए, इस वजह से रैंकिंग को इस वजह से प्रेजेंट करा जा रहा है कि अमृतसर सबसे गंदे 10 शहरों में से है। वो ऐसा नहीं है, मतलब ये पूरी सच्चाई नहीं है। जो कुछ शहर 47 शहर उसमें से अमृतसर 39 रैंक पर आया है। पंजाब के 2 ही ज़िले थे उसमें, लुधियाना और अमृतसर। लुधियाना 34वें रैंक पर है और अमृतसर 39 रैंक। मैं आपके चैनल के माध्यम से लोगों के साथ ये अपील ही करना चाहूँगी। हम मानते हैं कि अमृतसर शहर की सफाई उतनी नहीं है जितनी होनी चाहिए। नगर निगम भी पिछले साल काफ़ी सारी मुसीबतों से जूझ रहा था। जो नगर निगम की जो कूड़ा उठाने वाली कंपनी है उसके हालात बहुत ख़राब चल रहे थे। नगर निगम की तरफ से उस कंपनी को बार बार पुश करा जा रहा था, उसको टर्मिनेशन नोटिस भी दिया गया कि आप अपना काम बंद करें, हम कोई और कंपनी को देंगे। उसी की वजह से हम लोगों ने आज की डेट में कंपनी बदल भी दी है। अब आज की तारीख में हमारे पास एक दुबई की एक कंपनी है, जानी मानी कंपनी है, जो कि जिन्होंने काम करना शुरू कर दिया है पिछले ही महीने से। और लोग देखेंगे, लोगों को आने वाले कुछ महीनों में वो अंतर भी महसूस होगा। जो गाड़ियाँ चलती हैं कूड़े उठाने वाली, उनकी गिनती बढ़ रही है। जो हमारी डंप साइट है उसके ऊपर भी हम लोगों ने बायो रेमेडिएशन, जो पुराना वेस्ट लगा हुआ था उसकी बायो रेमेडिएशन करनी शुरू कर दी है। साथ ही साथ बहुत ज़रूरी हम IC एक्टिविटीज़, जो कि लोगों में जागरूकता कैंपेन है, वो भी हमने शुरू कर दिया है। इसी IC एक्टिविटी की कड़ी में ही नगर निगम में पिछले 2 दिनों से वर्कशॉप लगाई जा रही है, जहाँ पर 8 वार्ड्स की वर्कशॉप हो चुकी है। इन 8 वार्डों से हमने कोई 10-15 इन्फ्लुएंशियल लोगों को बुलाकर, साउथ में उन वार्ड्स के काउंसलर्स को बुलाकर उनको समझाया है कि सॉलिड वेस्ट मैनेजमेंट कैसे करा जाता है, कूड़े का प्रबंधन कैसे करा जाता है, गीला सूखा अलग अलग करना, और हमें इसमें शहरवासियों का किस तरह से साथ चाहिए। आपके चैनल के माध्यम से मैं लोगों को ये अपील करना चाहूँगी कि देखिए, ये जो सफाई वाला काम है, नगर निगम अपना इस साल पूरी कोशिश करेगा कि हम लोग नीचे से जो 10वें पायदान पर आए, इस बार हम टॉप 10 वाले पायदान में आए।
पर इसके लिए हमें लोगों का बहुत ज़्यादा साथ चाहिए। जब तक लोग नहीं समझेंगे कि सफाई करना हमारी जिम्मेवारी है, तब तक नगर निगम तो क्या, दुनिया की कोई भी ताकत उसको साफ़ नहीं कर सकती। ये तो बहुत खुशी की बात है अगर कोई भी NGO हमारा साथ देना चाहते हैं। हमें बहुत ज़रूरत भी है इनके साथ की। आप प्लीज़ या तो हमारी सैनिटरी इंस्पेक्टर से या फिर MOH से या फिर हमसे किसी से भी एक बार संपर्क कर लीजिए। हम लोग मदद ढूंढ रहे हैं। अभी मैंने जैसा आपको बताया कि नगर निगम में पिछले 2 दिनों से वर्कशॉप भी चल रही है, जिसमें हम वार्ड के 10-12 लोगों को बुलाकर उन्हें समझाते हैं। तो अगर ये NGOs भी हमारे साथ आ जाएंगे तो मुझे पूरा यकीन है कि हम लोग शहर को साफ़ सुथरा बहुत जल्द बना देंगे। हमारा टारगेट है कि अगले आने वाले 2 महीनों में लोगों को थोड़ा जो चेंज है, वो फ़र्क जो है वो महसूस होना शुरू हो जाए। और एक बार अगर हम वो मोमेंटम अचीव कर लेते हैं, लोगों का हमें साथ मिलना शुरू हो जाता है, NGO का साथ हमें मिलना शुरू हो जाता है, तो बिल्कुल कोरोना वाला जो लॉकडाउन या फिर जो रिस्ट्रिक्शंस वाला पीरियड है वो ख़त्म होने से पहले हम शहर को बिल्कुल साफ़ सुथरा बना देंगे, ताकि जब तक टूरिस्ट आएँ उन्हें अमृतसर का एक नया रूप नज़र आए।